ਹਰਵਿੰਦਰ ਰੰਗੀ ਮੁਰਦਾਬਾਦ ਮੁਰਦਾਬਾਦ ਹਰਵਿੰਦਰ ਰੰਗੀ ਮੁਰਦਾਬਾਦ ਮੁਰਦਾਬਾਦ। ਜਦੋਂ ਅਸੀਂ ਸਾਰਿਆਂ ਨੇ ਫਲੈਟ ਲਏ ਸੀ ਉਦੋਂ ਸਾਨੂੰ ਕਿਹਾ ਗਿਆ ਸੀਗਾ ਕਿ ਇੱਥੋਂ ਇੱਕ ਸੜਕ ਨਿਕਲੇਗੀ ਜਿਹੜੀ 에ਅਰਪੋਰਟ ਰੋਡ ਦੇ ਨਾਲ ਕਨੈਕਟ ਹੋਏਗੀ ਤੇ ਹੁਣ ਜਿਹੜਾ 20-25 ਮਿੰਟ ਲੱਗਦੇ 에ਅਰਪੋਰਟ 'ਚ ਆਉਣ 'ਚ ਤੁਸੀਂ 10-12 ਮਿੰਟ 'ਚ ਪਹੁੰਚ ਜਾਓਗੇ। ਹੁਣ ਅਸੀਂ ਦੇਖਿਆ ਅਚਾਨਕ ਹੀ ਇੱਥੇ ਇਹਨਾਂ ਨੇ ਕੰਕਰੀਟ ਦੀ ਕੰਸਟਰਕਸ਼ਨ ਸ਼ੁਰੂ ਕਰਤੀ ਹੈ। ਹਾਂਜੀ ਦੁਆਰਾ ਗ੍ਰੀਨ ਬੈਲਟ ਹਾਂਜੀ ਟਾਵਰ ਗ੍ਰੀਨ ਬੈਲਟ ਦਿਖਾਈ टावर 5, 6, 7, 7 है। चार टावर इन्होंने जो है ग्रीन बेल्ट के ऊपर बनाए हैं। ਮਾਸਟਰ ਪਲਾਨ ਦੇ ਹਿਸਾਬ ਨਾਲ ਉਸ ਰੋਡ ਦੇ ਉੱਤੇ ਤੋਂ ਕੋਈ ਚੀਜ਼ ਬਣਾਣੀ ਹੈ ਤੇ ਉਹਦਾ ਕੋਈ ਨਕਸ਼ਾ ਤੇ ਪਾਸ ਹੋਣਾ ਚਾਹੀਦਾ ਹੈ। ਨਕਸ਼ਾ ਤੇ ਹੈ ਨਹੀਂ ਤੁਹਾਡੇ ਕੋਲ ਤੇ ਕਹਿੰਦਾ ਜੀ ਨਹੀਂ ਇਹ ਕੰਸਟਰਕਸ਼ਨ ਜਿਹੜੀ ਹੈ ਕੱਚੀ ਕੰਸਟਰਕਸ਼ਨ ਹੈ, ਪਰ ਜਿਹੜੀ ਦਿਖਦੀ ਹੈ ਤੁਸੀਂ ਵੇਖ ਸਕਦੇ ਹੋ ਪਿੱਲਰ ਬਣੇ ਦੇ ਕਿਸ ਤਰ੍ਹਾਂ ਬੀਮ ਬਣੇ ਦੇ ਨੇ ਕਿੰਨੀ ਕੁ ਕੱਚੀ ਹੈ। ਮਿਸਟਰ ਹਰਜਿੰਦਰ ਸਿੰਘ ਰੰਗੀ ਐਕਸ ਕਾਉਂਸਲਰ ਵੀ ਹੈ, ਉਹ ਐਕਸ प्रेसिडेंट भी है डेरा बसी दे। एक्चुअली क्या है ये जो कंस्ट्रक्शन बोल रहे हैं ना टेम्परेरी कंस्ट्रक्शन है, ये टेम्परेरी कंस्ट्रक्शन नहीं है, ये परमानेंट कंस्ट्रक्शन है। आप कैसे बोल सकते टेम्परेरी कंस्ट्रक्शन जो होती है वो एंगल चैनल्स की और CGI शीट्स वगैरह की या AC शीट्स की रूफ होती है, दैट इज़ टेम्परेरी स्ट्रक्चर। ये परमानेंट स्ट्रक्चर है क्योंकि RCC के कॉलम है, RCC के बीम है, तो ये तो तभी बनती है जब किसी ने 5, 10, 15, 20 साल इस बिल्डिंग को रखना हो, अदरवाइज कोई इतना पैसा क्यों खर्च करेगा। और इसका प्रॉब्लम सिर्फ हम लोग वो जो ग्रीन टेरेसेस सब लोग भुगत रहे और इन लोग का व्यवहार अभी बहुत रफ हो गया। और इधर में मेंटेनेंस में जिन लोग है इन लोग बन गए इसके इन्फॉर्मर, इन लोग नौकरी नहीं करते, इन्फॉर्मर का नौकरी कर रहा है। इन केस इनकी वेबसाइट से निकाल करके जो जितनी भी मेल आईडीज़ थी ना इनकी जो मेरे पास थी उन पे वो मेरे पास मेल पड़ी है। मैंने इनको एक मेल की कि भाई ये कंस्ट्रक्शन हमें अनऑथोराइज लग रही है, आप इसको बंद करो, इससे रिलेटेड जो भी पेपर हैं आप हमें दो। वो मेल मेरे पास पड़ी है। इन्होंने उस मेल पे मेरे को कोई जवाब नहीं दिया। लेकिन जेकर साड़ी गल नहीं मानते फिर सानू अगले कोर्स ऑफ एक्शन वास्ते सोचना पएगा। ਅਸੀਂ ਕਿਸੇ ਵੀ ਐਕਸਟੈਂਟ ਤੱਕ ਜਾਣ ਲਈ ਉਹਦੇ ਵਾਸਤੇ ਤਿਆਰ ਹੈਗੇ ਹਾਂ। ਦੇ ਹੈਵ ਸਟਾਰਟਡ ਕੰਸਟਰਕਸ਼ਨ ਓਵਰ ਇਟ। ਅਗਰ ਕੱਲ ਇਹਦਾ ਕੋਈ ਆਪਾਂ ਵਿਰੋਧ ਨਹੀਂ ਕਰਦੇ ਕੱਲ ਇਹਨਾਂ ਨੇ ਬਿਲਡਿੰਗ ਖੜੀ ਕਰ ਦੇਣੀ ਇੱਥੋਂ ਇਸ ਤਰ੍ਹਾਂ ਦੀ ਲੰਬੀ। ਕੱਲ ਨੂੰ ਇਹ ਜਗ੍ਹਾ ਘੇਰ ਲਈ ਗਈ, ਹੁਣ ਕੱਲ ਨੂੰ ਇਹ ਦੋ ਤੁਸੀਂ ਰੋਡ ਦੇਖ ਰਹੇ ਹੋ, ਕੱਲ ਨੂੰ ਬਿਲਡਰ ਕਹੇਗਾ ਜੀ ਮੈਂ ਤੁਹਾਨੂੰ ਇੱਕੋ ਰੋਡ ਦੇਣਾ, ਦੂਜੀ ਰੋਡ ਤੇ ਮੈਂ ਮਾਰਕੀਟ बना देंगे। मैंने एक वीडियो डाल दिया, भाई साहब इनको इतनी मिर्ची लगी, इन्होंने करके मेरे को मतलब फ्राइडे को मेरे को एक लीगल नोटिस मेरे को भेज दिया कि आप हमारे को ये गड़बड़ कर रहे हो, मानहानि का दावा करेंगे। तो सारे ਨੂੰ ਪਤਾ ਸਾਡੇ ਮੀਨਸ ਕੀ ਹੈ, ਸਾਡੇ ਮੀਨਸ ਇਹੀ ਹੈ। ਅਸੀਂ ਪ੍ਰੈਸ ਨੂੰ ਦੱਸਾਂਗੇ, ਮੀਡੀਆ ਨੂੰ ਦੱਸਾਂਗੇ, ਹੋਰ ਤਰੀਕੇ ਇਸਤੇਮਾਲ ਕਰਾਂਗੇ। ਪਿਕਟਿੰਗ ਹੋ ਸਕਦੀ ਹੈ, ਧਰਨਾ ਹੋ ਸਕਦਾ ਹੈ, ਪ੍ਰੋਸੈਸ਼ਨ ਹੋ ਸਕਦਾ ਹੈ, ਡੈਮੋਸਟ੍ਰੇਸ਼ਨ ਹੋ ਸਕਦਾ ਹੈ, ਪਲੱਸ ਕੋਰਟ ਕਚਹਿਰੀ ਹੋ ਸਕਦੀ ਹੈ। ਇਹੋ ਸਾਡੇ ਕੋਲ ਹੈਗੇ। ਸਾਨੂੰ रंगी से कोई भरोसा नहीं है, कोई भरोसा नहीं है। रंगी भी पूरा गेम खेल रहे इधर में, सीधी बात। पर ये टावर बन रहे हैं, सोसाइटी का एक मीटर है, इलेक्ट्रिसिटी मीटर है, टैंक बना, हाँ, बट ये जो टावर बना है उस टैंक में से सारे लाइन लेकर के वो अपनी सारी बिल्डिंग्स बना दिया और हमारे चार्ज बढ़ाता रहा। ये सारी जो बिल्डिंग बनी, मैंने उसका भी वीडियो डाल रखा है यूट्यूब। ਜਦੋਂ ਅਸੀਂ ਆਉਂਦੇ ਸੀ ਸਾਨੂੰ ਇਹੋ ਕਹਿੰਦੇ ਸੀ ਇਹ ਸੜਕ ਸਿੱਧੀ 에ਅਰਪੋਰਟ ਰੋਡ ਉੱਤੇ ਚਲੀ ਜਾਏਗੀ। ਹੁਣ ਨਗਰ ਕੌਂਸਲ ਨੂੰ ਤੁਸੀਂ ਦੱਸ ਕੇ ਬਣਾ ਰਹੇ ਹੋ ਟੈਂਪਰੇਰੀ ਆਫਿਸ ਜਾਂ टेम्परेरी तो जस्ट कुछ 5-6 महीने साल लिए कोई ऐसी लंबा कोई साढ़ा नहीं चलना है, तो ना असी कोई कनैक्शन ना इदा कुछ चल लेनी है। टेम्परेरी कनैक्शन होगा, कोई परमानेंट कनैक्शन थोड़ा लेना इस जी। ਜੇ ਰਸਤੇ ਦੇ ਉੱਤੇ ਬਣਿਆ ਹੈਗਾ ਤਾਂ ਉਹ ਇਨਕਰੋਚਮੈਂਟ ਹਰ ਕੀਲੇ ਵਸੀਲੇ ਕਾਨੂੰਨੀ ਕਾਰਵਾਈ ਕਰਦੇ ਹੋਏ ਉਹ ਹਟਾਈ ਜਾਊਗੀ। ਇਹ ਗੁੰਡੇ ਰੱਖੇ ਆ ਸੋਸਾਇਟੀ ਦੇ ਓਨਰ ਨੇ ਵੀ ਜੇ ਕੋਈ ਆਉਂਦਾ ਉਹਨੂੰ ਧਮਕੀਆਂ ਦੇਣੀਆਂ। ਪਹਿਲਾਂ ਵੀ ਇੱਥੇ ਜਦੋਂ ਮੀਡੀਆ ਪਰਸਨ ਆਏ ਨੇ ਇਹਨਾਂ ਨੇ ਮਿਸਬਿਹੇਵ ਕੀਤਾ ਮੀਡੀਆ ਦੇ ਨਾਲ। ਇਹ ਲੋਕ ਇਹਨਾਂ ਦਾ ਚੰਗੀ ਤਰ੍ਹਾਂ ਚਿਹਰਾ ਦੇਖੋ, ਇਹ ਬੰਦੇ ਰੱਖੇ ਹੋਏ ਆ। ਹਰਵਿੰਦਰ ਰੰਗੀ ਮੁਰਦਾਬਾਦ ਮੁਰਦਾਬਾਦ ਹਰਵਿੰਦਰ ਰੰਗੀ ਮੁਰਦਾਬਾਦ ਮੁਰਦਾਬਾਦ। ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਗੱਲ ਕਰਦੇ ਹਾਂ ਜ਼ੀਰਕਪੁਰ ਦੀ ਜੇ ਆਪਾਂ ਗੱਲ ਕਰੀਏ ਤੇ ਨਗਰ ਕੌਂਸਲ ਔਰ ਜਿਹੜੇ ਬਿਲਡਰ ਨੇ ਕਿਤੇ ਨਾ ਕਿਤੇ ਆਏ ਦਿਨ ਇਹ ਲੋਕ ਵਿਵਾਦਾਂ ਵਿੱਚ ਘਿਰੇ ਰਹਿੰਦੇ ਨੇ। ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਬਿਲਡਰਾਂ ਦੇ ਨਾਲ ਹੋਣ ਕਰਕੇ ਬਿਲਡਰਾਂ ਨੂੰ ਇਹ ਲੋਕ ਕਿਸ ਤਰ੍ਹਾਂ ਨਿੱਜੀ ਜਿਹੜਾ ਫਾਇਦਾ ਹੈ
ਉਹ ਪਹੁੰਚਾਉਂਦੇ ਨੇ। ਅੱਜ ਇਸ ਪੂਰੇ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਤੁਸੀਂ ਜ਼ਰੂਰ ਵੇਖਣਾ। ਦੋਸਤੋ, ਗੱਲ ਕਰਦੇ ਹਾਂ ਹਾਈਲੈਂਡ ਪਾਰਕ, ਭਵਾਤ ਤੋਂ ਨਾਭਾ ਰੋਡ, ਜ਼ੀਰਕਪੁਰ, ਜ਼ਿਲ੍ਹਾ ਮੋਹਾਲੀ ਦੀ। ਤੇ ਦੋਸਤੋ, ਮੈਂ ਦੱਸਣ ਜਾ ਰਿਹਾ ਕਿ ਕਿਸ ਤਰ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਕਰਕੇ ਕੁਝ ਇੱਕ ਬਿਲਡਰ ਕਿਵੇਂ ਕਾਨੂੰਨ ਦੀਆਂ ਔਰ ਨਿਯਮਾਂ ਦੀਆਂ ਉਡਾ ਰਹੇ ਨੇ ਧੱਜੀਆਂ। ਤੇ ਦੋਸਤੋ, ਇਸ ਐਪੀਸੋਡ ਦੇ ਵਿੱਚ ਜੋ ਹਾਈਲੈਂਡ ਪਾਰਕ ਦੇ ਵਸਨੀਕ ਨੇ ਉਹ ਬਿਲਡਰ ਦੀਆਂ ਮਨਮਰਜ਼ੀਆਂ ਤੋਂ ਬਹੁਤ ਪਰੇਸ਼ਾਨ ਨੇ। ਔਰ ਜੇ ਆਪਾਂ ਵਸਨੀਕਾਂ ਦੀ ਗੱਲ ਕਰੀਏ ਜੋ ਇਸ ਹਾਈਲੈਂਡ ਪਾਰਕ ਦੇ ਵਿੱਚ ਵਸਨੀਕ ਨੇ, ਉਹਨਾਂ ਦੇ ਮੁਤਾਬਕ ਕਿ ਸਭ ਤੋਂ ਪਹਿਲਾਂ ਜੋ ਮਾਸਟਰ ਪਲਾਨ ਦੇ ਵਿੱਚ ਸਾਨੂੰ ਦਿਖਾਇਆ ਗਿਆ ਸੀਗਾ ਕਿ ਇਹ ਜੋ ਰੋਡ ਹੈ ਇਹ ਸਿੱਧੀ 에ਅਰਪੋਰਟ ਨੂੰ ਜਾਂਦੀ ਹੈ, ਔਰ 에ਅਰਪੋਰਟ ਦਾ ਨਾਮ ਸੁਣ ਕੇ ਲੋਕ ਇੱਕਦਮ ਫਲੈਟ ਜਿਹੜੇ ਆ ਉਹ ਖਰੀਦਣ ਲੱਗ ਪਏ। ਲੇਕਿਨ ਦੋਸਤੋ, ਉਸ ਤੋਂ ਬਾਅਦ ਕਿਸ ਤਰ੍ਹਾਂ ਇਹ ਲੋਕ ਆਪਣੇ ਕੀਤੇ ਹੋਏ ਵਾਅਦੇ ਤੋਂ ਮੁੱਕਰੇ ਨੇ। ਔਰ ਦੋਸਤੋ, ਵੇਖਣ ਵਾਲੀ ਗੱਲ ਹੈ ਕਿ ਉਸ ਰੋਡ ਦੇ ਉੱਪਰ ਇਹਨਾਂ ਲੋਕਾਂ ਨੇ ਆਪਣਾ ਆਫਿਸ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਔਰ ਦੋਸਤੋ, ਵਸਨੀਕਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਜਿਹੜੀ ਜਗ੍ਹਾ ਗ੍ਰੀਨ ਬੈਲਟ ਵਾਲੀ ਜਗ੍ਹਾ ਸੀ ਉਸ ਦੇ ਉੱਪਰ ਵੀ ਇਹਨਾਂ ਨੇ ਟਾਵਰਸ ਯਾਨੀ ਕਿ ਫਲੈਟ ਬਣਾ ਕੇ ਵੇਚ ਦਿੱਤੇ ਨੇ। ਤੇ ਦੋਸਤੋ, ਜਦੋਂ ਏਵਨ ਪੰਜਾਬੀ ਚੈਨਲ ਨੇ ਉੱਥੇ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਔਰ ਪੂਰੇ ਦਾ ਪੂਰਾ ਦੁੱਖ ਉਹਨਾਂ ਨੇ ਕੈਮਰੇ ਦੇ ਸਾਹਮਣੇ ਬਿਆਨ ਕੀਤਾ ਹੈ ਔਰ ਕੀ ਕਿਹਾ ਤੁਸੀਂ ਖੁਦ ਉਹਨਾਂ ਦੀ ਜ਼ੁਬਾਨ ਚੋਂ ਸੁਣ ਸਕਦੇ ਹੋ। ਏਵਨ ਪੰਜਾਬੀ ਦੀ ਟੀਮ ਹਾਈਲੈਂਡ ਪਾਰਕ ਜ਼ੀਰਕਪੁਰ ਦੇ ਅੰਦਰ ਖੜੀ ਹੈ। ਇੱਥੇ ਲੋਕਾਂ ਨੂੰ ਜੋ ਸਮੱਸਿਆਵਾਂ ਇੱਥੇ ਵਸਨੀਕਾਂ ਨੂੰ ਆ ਰਹੀਆਂ ਨੇ, ਆਓ ਪੁੱਛਦੇ ਹਾਂ ਕੀ ਕਾਰਨ ਹੈ ਇਹਦਾ। ਕੀ ਨਾਮ ਹੈ ਜੀ ਆਪਣਾ? मैं अश्विनी गौड़, यहीं पे टावर 2 में रहता हूँ। वेखो, मेजर इशू तो साढ़े बेसिकली दो ही है, बाकी छोटे मोटे है वो रिजॉल्व होंदे रहणगे। दो इशू ਜਿਹੜੇ ਇਸ ਵੇਲੇ ਮੇਨ ਆ ਰਿਹਾ ਹੈ। ਇੱਕ ਤਾਂ ਤੁਸੀਂ ਇਹ ਦੇਖੋ, ਜਦੋਂ ਅਸੀਂ ਸਾਰਿਆਂ ਨੇ ਪਲਾਟ ਫਲੈਟ ਲਏ ਸੀ ਉਦੋਂ ਸਾਨੂੰ ਕਿਹਾ ਗਿਆ ਸੀਗਾ ਕਿ ਇੱਥੋਂ ਇੱਕ ਸੜਕ ਨਿਕਲੇਗੀ ਜਿਹੜੀ 에ਅਰਪੋਰਟ ਰੋਡ ਦੇ ਨਾਲ ਕਨੈਕਟ ਹੋਏਗੀ, ਤੇ ਹੁਣ ਜਿਹੜਾ 20-25 ਮਿੰਟ ਲੱਗਦੇ 에ਅਰਪੋਰਟ 'ਚ ਆਉਣ 'ਚ ਤੁਸੀਂ 10-12 ਮਿੰਟ 'ਚ ਪਹੁੰਚ ਜਾਓਗੇ। ਹੁਣ ਅਸੀਂ ਦੇਖਿਆ ਅਚਾਨਕ ਹੀ ਇੱਥੇ ਇਹਨਾਂ ਨੇ ਕੰਕਰੀਟ ਦੀ ਕੰਸਟਰਕਸ਼ਨ ਸ਼ੁਰੂ ਕਰਤੀ ਹੈ, ਤੇ ਕਿਸੇ ਵੀ ਤਰ੍ਹਾਂ ਨਾਲ ਇਹ ਨਹੀਂ ਲੱਗਦਾ ਕਿ ਇੱਥੇ ਹੁਣ ਰੋਡ ਬਣ ਸਕਦੀ ਹੈ। ਇੱਕ ਤਾਂ ਇਸ਼ੂ ਇਹ ਹੈ। ਦੂਜਾ ਹੈ ਕਿ ਕਰੋਨਾ ਚੱਲ ਰਿਹਾ ਹੈ, ਗੌਰਮੈਂਟ ਦੇ ਆਦੇਸ਼ ਵੀ ਹੈ ਕਿ ਇਹਦੇ ਵਿੱਚ ਮੇਨਟੇਨੈਂਸ ਕਾਸਟ ਨਹੀਂ ਵਧਾਈ ਜਾ ਸਕਦੀ, ਪਰ ਇੱਥੇ ਮੇਨਟੇਨੈਂਸ ਕਾਸਟ ਵਧਾ ਦਿੱਤੀ ਗਈ ਹੈ। ਉਹ ਮੇਨਟੇਨੈਂਸ ਕਾਸਟ ਸ਼ਾਇਦ ਸਾਰੇ ਨੇੜੇ ਤੇੜੇ ਇਲਾਕੇ 'ਚ ਦੇਖਿਆ ਜਾਏ ਤੇ ਸਭ ਤੋਂ ਜ਼ਿਆਦਾ ਹੈ। ਅਸੀਂ ਇਹਨਾਂ ਨੂੰ ਇਹ ਵੀ ਕਹੀਦੇ ਆ ਕਿ ਜੇਕਰ ਮਜਬੂਰੀ ਹੈ, ਮੇਨਟੇਨੈਂਸ ਕਾਸਟ ਵੱਧਦੀ ਹੈ ਤੇ ਅਸੀਂ ਦੇਣ ਨੂੰ ਤਿਆਰ ਹਾਂ ਸਰਵਿਸਿਜ਼ ਲਈ, ਪਰ ਸਾਨੂੰ ਸਾਰੇ ਅਕਾਊਂਟ ਦਿਖਾਓ। ਨਾ ਸਾਨੂੰ ਉਹ ਅਕਾਊਂਟ ਦਿਖਾਏ ਜਾਂਦੇ। ਤੇ ਇਹ ਜਿਹੜੀਆਂ ਚੀਜ਼ਾਂ ਜਿਹੜਾ ਆਪਾਂ ਯੂਨਿਟੀ ਦੇ ਨਾਲ ਚੱਲ ਰਹੇ ਸੀ, ਬਿਲਡਰਸ ਦੇ ਨਾਲ ਏਕਾ ਚਾਹੁੰਦੇ ਸੀਗੇ, ਅੱਗੇ ਵੀ ਚਾਹੁੰਦੇ ਆ ਕਿ ਸਾਡੀਆਂ ਦੋ ਗੱਲਾਂ ਮੰਨ ਲੈਣ, ਆਪਣੇ ਲੈਵਲ 'ਤੇ ਡਿਕਲੇਅਰ ਕਰ ਦੇਣ, ਅਸੀਂ ਬੜੀ ਦੇयर इज़ नो प्रॉब्लम। ਲੇਕਿਨ ਜੇਕਰ ਇਹ ਸਾਡੀ ਇਹ ਗੱਲ ਨਹੀਂ ਮੰਨਦੇ ਫਿਰ ਸਾਨੂੰ ਅਗਲੇ ਕੋਰਸ ਆਫ ਐਕਸ਼ਨ ਵਾਸਤੇ ਸੋਚਣਾ ਪਏਗਾ। ਅਸੀਂ ਕਿਸੇ ਵੀ ਐਕਸਟੈਂਟ ਤੱਕ ਜਾਣ ਲਈ ਉਹਦੇ ਵਾਸਤੇ ਤਿਆਰ ਹੈਗੇ ਹਾਂ। ਤੇ ਸਾਰਿਆਂ ਨੂੰ ਪਤਾ ਸਾਡੇ ਮੀਨਸ ਕੀ ਹੈ। ਸਾਡੇ ਮੀਨਸ ਇਹੀ ਹੈ, ਅਸੀਂ ਪ੍ਰੈਸ ਨੂੰ ਦੱਸਾਂਗੇ, ਮੀਡੀਆ ਨੂੰ ਦੱਸਾਂਗੇ, ਹੋਰ ਤਰੀਕੇ ਇਸਤੇਮਾਲ ਕਰਾਂਗੇ। ਪਿਕਟਿੰਗ ਹੋ ਸਕਦੀ ਹੈ, ਧਰਨਾ ਹੋ ਸਕਦਾ ਹੈ, ਪ੍ਰੋਸੈਸ਼ਨ ਹੋ ਸਕਦਾ ਹੈ, ਡੈਮੋਸਟ੍ਰੇਸ਼ਨ ਹੋ ਸਕਦਾ ਹੈ, ਪਲੱਸ ਕੋਰਟ ਕਚਹਿਰੀ ਹੋ ਸਕਦੀ ਹੈ। ਇਹੋ ਸਾਡੇ ਕੋਲ ਲੈ ਗਿਆ। ਸਾਨੂੰ ਜਦੋਂ ਅਸੀਂ ਆਂਦੇ ਸੀ ਸਾਨੂੰ ਇਹੋ ਕਹਿੰਦੇ ਸੀ ਇਹ ਸੜਕ ਸਿੱਧੀ 에ਅਰਪੋर्ट रोड ਉੱਤੇ चली जाएगी। 60 फीट दी। मैं सबसे पहला रेजिडेंट हूँ यहाँ का। 2016 में मैंने पोजेशन लिया था। उस टाइम उससे पहले हमारे को इन्होंने दिखाया कि ये जो टावर बना है ना जी सामने, ऊपर देखिए टावर, इस टावर के नीचे ब्रोशर जो इन्होंने बांटे थे उनमें पार्क दिखाया गया था और पार्क के नीचे अंडरग्राउंड बेसमेंट पार्किंग। इट वाज प्रोमिस्ड बाय देम टू देयर क्लाइंट्स कि भी यहाँ पे ऐसा होगा। और लगभग 6 एकड़ लैंड का 6 एकड़ का ये पार्क था। हम तो इनकी हर बात में, क्योंकि उस टाइम ये बंजर भूमि थी, यहाँ नोबडी वाज विलिंग टू कम हियर। लेकिन जब लोग इनके क्लाइंट बनने शुरू हो गए, क्लाइंट बन गए, तो इन्होंने वो अपने आप ही चेंज कर दिया विदाउट कंसल्टिंग दी क्लाइंट्स, और वहाँ पे टावर खड़े कर दिए। हमने ये कोई 3 साल पहले ये इशू रेज किया था। ग्रीन बेल्ट में भी इतने बना देते गए फ्लैट। हाँ जी, हाँ जी, बिल्डर द्वारा ग्रीन बेल्ट। हाँ जी, हाँ जी, टावर ग्रीन बेल्ट दिखाई, टावर 5, 6, 7, 7 चार टावर इन्होंने जो है ग्रीन बेल्ट के ऊपर बनाए हैं। और वो बेल्ट दिखाए गया सी। हाँ जी, लैन आई सी जी जी जी, उदों दिखाया गया सी, उदों होर सी। पार्क होएगा, पार्क होएगा। हाँ जी, हाँ जी, टावर सी इत्थे
ਇੱਥੇ ਟਾਵਰ ਇੰਨੇ ਹੀ ਸੀ ਪਰ ਪਿੱਛੇ ਆਣੇ ਸੀ ਇਹ ਜਿਹੜਾ ਗ੍ਰੀਨ ਦਾ ਏਰੀਆ ਹੈ ਕੀ ਕਹਿੰਦੇ ਇਹ ਵਾਲੇ ਟਾਵਰ ਪਿੱਛੇ ਹਾਂ ਇੱਥੇ ਟਾਵਰ ਆਣੇ ਸੀ ਔਰ ਗ੍ਰੀਨ ਦਾ ਕੋਈ ਐਗਜ਼ਿਸਟੈਂਸ ਨਹੀਂ ਸੀਗਾ। ਇਹ ਬਹੁਤ ਬੜੀ ਧਾਂਦਲੀ ਕੀਤੀ ਇਹਨਾਂ ਨੇ, ਇਹ ਬਹੁਤ ਬੜੀ ਧਾਂਦਲੀ ਕਲਾਇੰਟਸ ਨਾਲ ਕੀਤੀ ਹੈ। ਪਹਿਲੇ ਕੁਝ ਦਿਖਾਇਆ, ਅਸੀਂ ਤਾਂ ਇਹਨਾਂ ਦੀ ਗੱਲਾਂ ਚ ਆਂਦੇ ਰਹੇ। ਦੇ ਹੈਵ ਸਟਾਰਟਡ ਕੰਸਟਰਕਸ਼ਨ ਓਵਰ ਇਟ। ਅਗਰ ਕੱਲ ਇਹਦਾ ਕੋਈ ਆਪਾਂ ਵਿਰੋਧ ਨਹੀਂ ਕਰਦੇ, ਕੱਲ ਇਹਨਾਂ ਨੇ ਬਿਲਡਿੰਗ ਖੜੀ ਕਰ ਦੇਣੀ ਇੱਥੋਂ ਇਸ ਤਰ੍ਹਾਂ ਦੀ ਲੰਬੀ। ਹੁਣ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਹਾਲੀ ਜਿਹੜੀ ਪ੍ਰਾਪਰਟੀ ਹੈ ਇਹ ਬਿਲਡਰ ਦੀ ਸਾਡੀ ਪ੍ਰਾਪਰਟੀ ਹੈ, ਇੱਥੇ ਅਸੀਂ ਕੁਝ ਵੀ ਕਰ ਸਕਨੇ ਆ। ਇਸ ਵਾਸਤੇ ਜਦੋਂ ਤੱਕ ਐਕਵਾਇਰ ਨਹੀਂ ਹੁੰਦੀ, ਗਵਰਨਮੈਂਟ ਸਾਨੂੰ ਪੈਸੇ ਨਹੀਂ ਦਿੰਦੀ, ਉਦੋਂ ਤੱਕ ਅਸੀਂ ਕੋਈ ਵੀ ਚੀਜ਼ ਬਣਾ ਸਕਨੇ ਆ। ਕਿਸਨੇ ਕਿਹਾ ਜੀ ਤੁਹਾਨੂੰ? ਇਹ ਕੱਲ ਇਹਨਾਂ ਨੇ ਬਿਲਡਰ ਦੇ ਬੰਦਿਆਂ ਨੇ ਹਾਂ ਬਿਲਡਰ ਦੇ ਬੰਦਿਆਂ ਨੇ ਕਿਹਾ। ਅਸੀਂ ਇਹ ਕਿਹਾ ਜੀ ਜਦ ਤੁਸੀਂ ਸਾਨੂੰ ਮਾਸਟਰ ਪਲਾਨ 'ਚ ਦੱਸਿਆ ਇਹ ਰੋਡ ਹੈਗੀ ਹੈ, ਮਾਸਟਰ ਪਲਾਨ ਦੇ ਹਿਸਾਬ ਨਾਲ ਉਸ ਰੋਡ ਦੇ ਉੱਤੇ ਤੋਂ ਕੋਈ ਚੀਜ਼ ਬਣਾਉਣੀ ਹੈ ਤੇ ਉਹਦਾ ਕੋਈ ਨਕਸ਼ਾ ਤੇ ਪਾਸ ਹੋਣਾ ਚਾਹੀਦਾ। ਨਕਸ਼ਾ ਤੇ ਹੈ ਨਹੀਂ ਤੁਹਾਡੇ ਕੋਲ। ਤੇ ਕਹਿੰਦਾ ਜੀ ਨਹੀਂ, ਇਹ ਕੰਸਟਰਕਸ਼ਨ ਜਿਹੜੀ ਹੈ ਕੱਚੀ ਕੰਸਟਰਕਸ਼ਨ ਹੈ, ਬਸ ਜਿਹੜੀ ਦਿਖਦੀ ਹੈ ਤੁਸੀਂ ਵੇਖ ਸਕਦੇ ਹੋ ਪਿੱਲਰ ਬਣੇ ਦੇ ਕਿਸ ਤਰ੍ਹਾਂ ਬੀਮ ਬਣੇ ਦੇ ਨੇ, ਕਿੰਨੀ ਕੁ ਕੱਚੀ ਹੈ। ਠੀਕ ਹੈ, ਕੱਚੀ ਹੈ। ਅਸੀਂ ਜਦੋਂ ਅਕਵਾਇਰ ਹੋਏਗੀ ਉਦੋਂ ਅਸੀਂ ਦੇ ਦਿਆਂਗੇ, ਹਟਾ ਦਿਆਂਗੇ ਇਹਨੂੰ। ਜਿਹੜੀ ਸਾਨੂੰ ਕੀ ਸੈਟੀਸਫੈਕਸ਼ਨ ਨਹੀਂ ਹੈਗੀ, ਕਿਉਂਕਿ ਕੱਲ ਨੂੰ ਇਹ ਜਗ੍ਹਾ ਘੇਰ ਲਈ ਗਈ। ਹੁਣ ਕੱਲ ਨੂੰ ਇਹ ਦੋ ਤੁਸੀਂ ਰੋਡ ਦੇਖ ਰਹੇ ਹੋ, ਕੱਲ ਨੂੰ ਬਿਲਡਰ ਕਹੇਗਾ ਜੀ ਮੈਂ ਤੁਹਾਨੂੰ ਇੱਕੋ ਰੋਡ ਦੇਣਾ, ਦੂਜੀ ਰੋਡ ਤੇ ਮੈਂ ਮਾਰਕੀਟ ਬਣਾ ਦਿਆਂਗਾ। ਮਿਸਟਰ ਹਰਜਿੰਦਰ ਸਿੰਘ ਰੰਗੀ ਐਕਸ ਕਾਉਂਸਲਰ ਵੀ ਹੈ, ਉਹ ਐਕਸ ਪ੍ਰੈਜ਼ੀਡੈਂਟ ਵੀ ਹੈ ਡੇਰਾ ਬਸੀ ਦੇ। ਕਿਹੜੀ ਜਗ੍ਹਾ ਤੋਂ? ਡੇਰਾ ਬਸੀ ਦੇ। ਹਾਂਜੀ, ਸਾਡੀ ਉਹਨਾਂ ਨਾਲ ਹਾਂ ਇਹ ਪ੍ਰਾਪਰਟੀ, ਉਹ ਹੀ ਇਜ਼ ਦਾ ਡਾਇਰੈਕਟਰ ਆਫ ਦਿਸ ਪ੍ਰਾਪਰਟੀ। ਠੀਕ ਹੈ, ਉਹਨਾਂ ਦੇ ਨਾਲ ਮਿਸਟਰ ਸ਼ੁਭਮ ਗੋਇਲ ਹੈਗੇ ਹੈ ਇੱਥੇ ਡਾਇਰੈਕਟਰ, ਜੋ ਐਕਟਿਵ ਹੈਗੇ ਹੈ। ਉਹ ਐਸ ਪਰ ਦੈਮ ਕਿ ਉਹਨਾਂ ਵਿੱਚ ਹੋਰ ਵੀ ਡਾਇਰੈਕਟਰ ਹੈਗੇ ਹੈ, ਬਟ ਜਿਹੜੀ ਜ਼ਿਆਦਾ ਵਾਰਤਾਲਾਪ ਹੈ ਉਹਨਾਂ ਦੋਨਾਂ ਨਾਲ ਸਾਡੀ ਹੁੰਦੀ ਰਹਿੰਦੀ ਹੈ। ਤੇ ਰੰਗੀ ਜੀ ਕੀ ਕਹਿੰਦੇ ਤੁਹਾਨੂੰ? ਰੰਗੀ ਜੀ ਨੂੰ ਅਸੀਂ ਪਿਛਲੇ ਹਫਤੇ 10 ਦਿਨ ਤੋਂ ਲਗਾਤਾਰ ਉਹਨਾਂ ਨਾਲ ਇਨ ਟੱਚ ਹੋ ਰਹੇ हैं, कॉल करके टाइम ले रहे हैं, बट उन्होंने वालों हजे सानू कोई प्रॉपर टाइम नहीं दिता गया। एक रिक्वेस्ट और भी थी, जैसे ये कंस्ट्रक्शन टेम्परेरी है, परमानेंट है। हमारे रेजिडेंट में हमारे साथ राजेश गुप्ता जी हैं जो CPWD के इंजीनियर रहे, 3-3, 4-4 हज़ार फ्लैट्स की मेंटेनेंस देखी और बहुत बड़ी बड़ी बिल्डिंग है। उनसे जरा आप राय ले लीजिए कि ये टेम्परेरी है या परमानेंट है। आओ गुप्ता जी। मैं RK गुप्ता साइटी में ही रहता हूँ, टावर 2 में। ये एक्चुअली क्या है, ये जो कंस्ट्रक्शन बोल रहे हैं ना टेम्परेरी कंस्ट्रक्शन है, ये टेम्परेरी कंस्ट्रक्शन नहीं है, ये परमानेंट कंस्ट्रक्शन है। आप कैसे बोल सकते? टेम्परेरी कंस्ट्रक्शन जो होती है वो एंगल चैनल्स की और CGI शीट्स वगैरह की या AC शीट्स की रूफ होती है, दैट इज़ टेम्परेरी स्ट्रक्चर। ये परमानेंट स्ट्रक्चर है क्योंकि RCC के कॉलम है, RCC के बीम है, तो ये तो तभी बनती है जब किसी ने 5, 10, 15, 20 साल इस बिल्डिंग को रखना हो। अदरवाइज़ कोई इतना पैसा क्यों खर्च करेगा, है ना। उसमें तो बहुत कम लागत में वो टेम्परेरी स्ट्रक्चर बनता है, इतना पैसा कोई टेम्परेरी के लिए नहीं। ये परमानेंट ऑफिस ही लगता है, क्योंकि जब हमने ये मकान खरीदा था तो हमें ये बताया गया था कि यहाँ से ना रोड जाएगी, एयरपोर्ट रोड, लेकिन उसी को देख के हमने ये मकान खरीदा था। लेकिन अब पता लग रहा है कि सपने जो है ना धूल दूसरित हो गए हैं। इसी को देख के तो हमने सोचा था यहाँ से एयरपोर्ट की तरफ को जाएगा तो अच्छा है, क्योंकि जीरकपुर में जाम लगता है कि हम आगे यहीं से निकल जाया करेंगे, लेकिन सारी गड़बड़ हो गई है अभी जो है। मेरा नाम है मिस्टर प्रसन्नता मजुमदार, आई एम अ बंगाली। मैं कोलकाता से इधर आके ख़रीदा है फ्लैट। मैं सब ये मुद्दा लेकर आपको इतना बोलूँगा, ये जो लगा हुआ है ना, जो भी इसका सेल रिव्यू मिस्टर नवनीत, इफ आई एम नॉट मिस्टेकन, ही ओनली डिड ऑल द सेलिंग एंड सब जो कुछ समझाया था हमको। येस्टरडे मिस्टर शुभम गोयल जो क्लैरिटी दिया इस मामले में, उस टाइम नन ऑफ द सेल्स पर्सन हैज़ गिवन दैट क्लैरिटी टू आई बिलीव एनी वन ऑफ दिस क्लाइंट्स जिसने भी ख़रीदे हैं। अगर उस टाइम हमको बोलते हम शायद नहीं खरीदते। आज इन लोग का जो रवैया है, आई हैव एवरी डाउट इन लोग का कुछ और डिज़ाइन है और कुछ प्लान है इधर करने का। ठीक है ना, रोड कब निकलेगा और राम भरोसे पर हो गया अभी टोटली। इट इज़ वेरी फ्रस्ट्रेटिंग। बट सबसे बड़ी बात है वो जो देखो, जो सेकंड फ्लोर जो है, लेडीज़ का प्राइवेसी नहीं है उधर में। जिन लोग है ना, वो जो बना हुआ है, लेडीज़ का अपना कोई प्राइवेसी नहीं है। पीछे में उन लोग का वॉशिंग मशीन लगा रहता है, कपड़े धोते हैं। दे जस्ट गिव अ डैम टू ऑल दिस थिंग। उन लोग सोचते नहीं है, जस्ट गिव अ डैम। हम लोग खरीद लिया ना, वी हैव बिकम अ नॉन एंटिटी नाउ। वी हैव बिकम अ नॉन एंटिटी। हम लोग खरीद लिया, वी आर अ नॉन एंटिटी। ठीक है, भगवान ने इन लोगों को सबसे बुद्धि दिया, हम लोग सब बुद्धि भ्रष्ट हो गया। खरीद लिया तो हम लोग बुद्धि भ्रष्ट हो गया। दिस इज़ द मेन सिनेरियो आउट हियर। तो लेट अस सी। अभी कल हम लोग ने प्रोटेस्ट किए, अभी अगले संडे तक वी आर गोइंग टू हैव वन मोर मीटिंग एंड इन लोग का दे हैव मल्टीपल पार्टनर्स। हम लोग चाहते सब मल्टीपल पार्टनर आए, टेबल में बैठे, हम लोग का जो प्रॉब्लम है उसको सॉर्ट आउट करें। और इसका प्रॉब्लम सिर्फ हम लोग, वो जो ग्रीन टेरेसेस सब लोग भुगत रहे
और इन लोग का व्यवहार अभी बहुत रफ हो गया। और इधर में मेंटेनेंस में जिन लोग है, इन लोग बन गए इसका इन्फॉर्मर। इन लोग नौकरी नहीं करते, इन्फॉर्मर का नौकरी कर रहा है। हमारे अंदर फूड डाल करके हाँ, इन लोग है सॉल्व नहीं करते जो हाँ। जो आपको टाइम नहीं है, तो क्या आगे का क्या प्लान है? हाँ, मीडिया का काम है दिखाना, हम दिखाएंगे। आगे का प्लान वी आर रेडी टू टेक ऑन। अगर इन लोग इफ दे वांट टू ड्रैग अस टू कोर्ट, वी आर विलिंग टू गो एंड कॉन्टेस्ट टू कोर्ट। रंगी से कोई भरोसा नहीं है, रंगी पे कोई भरोसा नहीं है, कोई भरोसा नहीं है। रंगी भी पूरा गेम खेल रहा है इधर में, सीधी बात। अच्छा, ये जो कंस्ट्रक्शन हुआ इसके लिए पहले बाकायदा मैंने इनको एक मेल करी, क्योंकि ये वर्बली जाते हैं तो वहाँ तो किसी को अटेंड ही नहीं करते हैं। इनकी वेबसाइट से निकाल करके जो जितनी भी मेल आईडीज़ थी ना इनकी, जो मेरे पास थी, उन पे वो मेरे पास मेल पड़ी है। मैंने इनको एक मेल की कि भाई ये कंस्ट्रक्शन हमें अनऑथोराइज लग रही है, आप इसको बंद करो, इससे रिलेटेड जो भी पेपर हैं आप हमें दो। वो मेल मेरे पास पड़ी है। इन्होंने उस मेल पे मेरे को कोई जवाब नहीं दिया। फिर मैंने वही मेल ढूंढ के उसका ईओ का नंबर निकाला, म्यूनसिपल काउंसिल का। वो मेल मेरे को, याहू की मेल मेरे को मिली वेबसाइट से कहीं ढूंढ करके, जो उससे कम्युनिकेशन, उस मेल पे मैंने मेल कर दी कि भाई ये जो कंस्ट्रक्शन हो रहा है ये अथोराइज है या अनऑथोराइज, हमें प्लीज़ डिटेल में बताएं आप। जब ये दो चीज़ हो गई तो नहीं बात बनी मेरी, मैंने उठा करके यूट्यूब वीडियो बना दिया इनका कि भाई ये जो चीज़ें हैं ये गलत है, दोनों चीज़ें गलत है। ये उन्होंने तुझे मेल कीती है? हाँ। ते अगो दा कोई जवाब आया? नहीं, दोनों मेल का कोई जवाब नहीं आया। उसके बाद मैंने वो यूट्यूब वीडियो बनाया और वो यूट्यूब पे मैंने पोस्ट कर दिया। वो उस यूट्यूब वीडियो से क्या हुआ, अच्छा उससे पहले मैंने ट्विटर हैंडल पे भी इनको टैग करके सबको टैग किया, डीसी मोहाली वगैरह सबको टैग करके वो उससे पूछा कि बाकायदा भाई साहब ये है क्या है, माजरा क्या है, हमें समझा दो, हम गलत लड़ रहे हैं या भाई साहब सही है, हमें प्रॉपर चीज़ बता दो। किसी की तरफ से कोई जवाब नहीं आया। मतलब मैंने एमएलए को भी टैग किया, सबको टैग किया उसमें, बट वो किसी की तरफ से कोई जवाब नहीं आया। शायद हो सकता है वो लोग नहीं देखते हो इन चीज़ों को, हमें कोई दिक्कत नहीं। फिर मैंने उठाया, मैंने यूट्यूब पे भी वीडियो डाल दिया। मेरे साथ जो पहले हुआ था, मेरा कंस्ट्रक्शन ख़राब था, वो रिलेटेड वीडियो और ये रिलेटेड, इससे रिलेट करके मैंने एक वीडियो डाल दिया। भाई साहब इनको इतनी मिर्ची लगी, इन्होंने करके मेरे को, मतलब फ्राइडे को मेरे को एक लीगल नोटिस मेरे को भेज दिया कि आप हमारे को ये गड़बड़ कर रहे हो, मानहानि का दावा करेंगे, अब आपको ये उठा लो, नहीं तो आप मानहानि का दावा करते हैं और इससे रिलेटेड जो पेपर हुए 25। अब क्या मैंने मुहिम छेड़ रखी थी, ये सब भाई बंधु को मैंने मतलब इनडायरेक्टली बोल रखा था कि ऐसा ऐसा है। फिर मैंने इनको कुछ नहीं कहा, क्योंकि वो एक मेरे को, मुझे पता था ये कमज़ोर, और इनको लग रहा था कि मैं डर रहा हूँ, मुझे लग रहा है कि ये डर रहे हैं। ठीक है कि नहीं, मेरे को लीगल नोटिस भेज रहे हैं तो भेजो, कोई बात नहीं है। मैंने अपने सब भाई बंधुओं को बोला कि भाई साहब ऐसी ऐसी बातें हैं, हम लोग एक मीटिंग हमारी ऑलरेडी हो चुकी थी। फिर दूसरी मीटिंग में हमने बोला, मैंने सबको, अपने जितने भी लोग वेल विशर्स थे उनको सबको मेंशन करके एक मीटिंग हमने बुलाई। तो कल जो हमारे इससे रिलेटेड जो पूरी प्रक्रिया हुई, बट उसका वो चाल था कि मैं उसके बाद शांत हो जाऊंगा, तो आगे मैं इन लोगों को कवर नहीं करूंगा, दोस्तों वगैरह को बताऊंगा नहीं, वो चीज़ें वो हुआ नहीं। और मैंने उठा करके वो उनको कि कल जो हमारा ये जो इससे रिलेटेड हमने बहुत सारी चीज़ें इनके सामने रखी, वहाँ पर उनको बताया भी। उन्होंने हमें 7 दिन का नोटिस दिया है, कि 7 दिन का मतलब टाइम दिया है कि हम 7 दिन में हम ये प्रॉब्लम सॉर्ट आउट कर देंगे। तो हम आशा करते हैं, अभी कोई लड़ाई नहीं है। देखिए मैं प्रैक्टिकल बात बता रहा हूँ, अभी कोई हमारा 7 दिन तक उनके साथ कुछ भी इस तरह का क्लेश नहीं है, हम अपनी बात अभी भी कायम रहा। वो उन्होंने दिया एश्योरेंस। उसके बाद मैंने अपनी तरफ से जो मेरे प्रोटेस्ट थे वो सारे के सारे क्लोज, क्योंकि मैंने टी-शर्ट पे पहन करके बाहर भी घुमा हूँ मैं कि ये पुअर कंस्ट्रक्शन है, तो वो सारी चीज़ें, उसके लिए मेरे को कई सोसाइटी में भी कई लोगों ने मेरे को अंगुली की, अरे भाई मेरे घर में पानी गिर रहा है तो मैं बोलूँ भी ना, मेरा तरीका तो अख्तियार करूँगा मैं, कुछ कोई सुनेगा नहीं। तो वो मैंने चीज़ें करी वहाँ, यहाँ सब सारी बाकी सब ये सारे लोग जो हैं मेरे को आगे करके इन्होंने बहुत मदद करी है। और ये टावर बन रहे हैं, सोसाइटी का एक मीटर है, इलेक्ट्रिसिटी मीटर है, टैंक बना, हाँ, बट ये जो टावर बना है उस टैंक में से सारे लाइन लेकर के वो अपनी सारी बिल्डिंग्स बना दिया और हमारे चार्ज बढ़ाता रहा। ये सारी जो बिल्डिंग बनी, मैंने उसका भी वीडियो डाल रखा है यूट्यूब पे। तो जो बिल आ रहा है वो खुद ये कर रही है। अब वो, अरे टैंक ऊपर जा रहा है, उसी में मोटर उसी की चल रही है, हमारी सोसाइटी का भी तो लेंगे वो चार्ज, उसी में से अपनी वो पाइप ले रखी है इसमें। वो मैंने यूट्यूब पे वीडियो डाल दिया है, इसको आग लग गई, उन्होंने टैंक से पानी ले रहा है वो। और क्या, वो मैंने वीडियो डाल रखा है, मैंने बाकायदा उसका वीडियो डाल रहा है। जो बिजली का बिल आपको, वो भाई मोटर हमारी चल रही है, बिजली का बिल हो जा रहा है ऊपर, मोटर हमारी चल रही है, ये कुछ चीज़ें ऐसी है। ओके सर, थैंक यू। ਦੋਸਤੋ ਤੁਸੀਂ ਸੁਣਿਆ ਇਹਨਾਂ ਵਸਨੀਕਾਂ ਦੀ ਜ਼ੁਬਾਨੋਂ ਉਹਨਾਂ ਦਾ ਦੁੱਖ, ਔਰ ਸ਼ਰੇਆਮ ਦੋਸ਼ ਲਗਾ ਰਹੇ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਉੱਪਰ, ਕਿਉਂਕਿ ਮਿਲੀ ਭੁਗਤ ਤੋਂ ਬਿਨਾ
ਕਦੇ ਵੀ ਇਹੋ ਜਿਹਾ ਸਟੈਪ ਔਰ ਇੰਨਾ ਵੱਡਾ ਸਟੈਪ ਨਹੀਂ ਚੱਕਿਆ ਜਾ ਸਕਦਾ। ਔਰ ਸ਼ਰੇਆਮ ਇਹਨਾਂ ਲੋਕਾਂ ਦੇ ਸਾਹਮਣੇ ਹੋ ਰਹੀ ਹੈ ਬਿਲਡਰ ਵੱਲੋਂ ਮਨਮਰਜ਼ੀ। ਔਰ ਇਸ ਸੰਬੰਧ ਦੇ ਵਿੱਚ A1 ਪੰਜਾਬੀ ਚੈਨਲ ਨੇ ਈਓ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ। ਈਓ ਸਾਹਿਬ ਦੇ ਨਾਲ ਕੀ ਗੱਲਬਾਤ ਹੋਈ ਹੈ ਤੁਸੀਂ ਉਹ ਵੀ ਸੁਣ ਸਕਦੇ ਹੋ। ਤਿਵਾੜੀ ਜੀ, ਇੱਕ ਨਾ ਪ੍ਰਭਾਤ ਨਾਭਾ ਰੋਡ ਤੇ ਸੁਸਾਇਟੀ ਹੈ ਹਾਈਲੈਂਡ ਪਾਰਕ ਦੀ, ਉਸ ਦੇ ਉੱਤੇ ਰੋਡ ਦੇ ਉੱਤੇ ਉਹਨੇ ਉਸਾਰੀ ਕਰਤੀ ਹੈ ਜੀ, ਦਫ਼ਤਰ ਬਣਾਤਾ ਹੈ ਬਿਲਡਰ ਦੁਆਰਾ, ਤੇ ਕਾਫੀ ਰੋਸ਼ ਹੈ ਉੱਥੋਂ ਦੇ ਵਸਨੀਕਾਂ 'ਚ, ਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਜੇ ਰਸਤੇ ਦੇ ਉੱਤੇ ਬਣਿਆ ਹੈਗਾ ਤਾਂ ਉਹ ਇਨਕਰੋਚਮੈਂਟ ਹਰ ਕਿੱਲੇ ਵਸੀਲੇ ਕਾਨੂੰਨੀ ਕਾਰਵਾਈ ਕਰਦੇ ਹੋਏ ਉਹ ਹਟਾਈ ਜਾਊਗੀ ਤੇ ਕੰਮ ਮੌਕੇ ਤੇ ਇਮੀਡੀਏਟਲੀ ਬੰਦ ਹੋ ਜਾਊਗਾ। ਇੱਕ ਹੋਰ ਦੋਸ਼ ਲਾਇਆ ਜੀ ਉੱਥੋਂ ਦੇ ਵਸਨੀਕਾਂ ਨੇ ਵੀ ਇੱਥੇ ਜਦੋਂ ਅਸੀਂ ਆਪਾਂ ਨੇ ਫਲੈਟ ਖਰੀਦੇ ਸੀ ਤੇ ਇੱਥੇ ਨਾ ਗ੍ਰੀਨ ਏਰੀਆ ਛੱਡਿਆ ਸੀ, ਥੱਲੇ ਪਾਰਕਿੰਗ ਸੀ, ਉੱਪਰ ਪਾਰਕ ਸੀ, ਤੇ ਹੁਣ ਜਿਹੜੇ ਬਿਲਡਰ ਨੇ ਉਹਦਾ ਨਾਮ ਲਿਆ ਜਾਂਦਾ ਹਰਜਿੰਦਰ ਸਿੰਘ ਰੰਗੀ ਹੈ, ਕੋਈ ਸਾਬਕਾ ਪ੍ਰਧਾਨ ਹੈ ਮਿਊਨਿਸਪਲ ਕੌਂਸਲ ਡੇਰਾਬੱਸੀ ਦਾ ਜੀ, ਵੀ ਉਹਨੇ ਉਹਦੇ ਤੇ ਕਬਜ਼ਾ ਕਰਕੇ ਤੇ 3-4 ਟਾਵਰ ਉਸਾਰ ਦਿੱਤੇ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ? ਤੁਹਾਡੀ ਨੌਲੇਜ ਹੈ ਸਰ ਉਹਦਾ? ਜਿਹੜਾ ਹਾਈਲੈਂਡ ਜਿਹੜਾ ਹੈਗਾ ਇਹ ਸੁਸਾਇਟੀ ਵਾਲਾ ਜਿਹੜਾ ਹੈਗਾ ਇਹਦੀ ਹਾਊਸਿੰਗ ਗਰੁੱਪ ਹਾਊਸਿੰਗ ਦਾ ਜਿਹੜਾ ਪ੍ਰੋਜੈਕਟ ਆ ਦਫ਼ਤਰ ਦੇ ਰਿਕਾਰਡ ਮੁਤਾਬਕ ਇਹ 17 ਦੇ ਵਿੱਚ ਸੈਂਕਸ਼ਨ ਹੋਇਆ ਆ ਔਰ ਇਹਦਾ ਪਾਰਸ਼ਲ ਕੰਪਲੀਸ਼ਨ ਵੀ ਜਨਵਰੀ 19 ਦੇ ਵਿੱਚ ਹੋਇਆ ਆ। ਜਿਹੜਾ ਗ੍ਰੀਨ ਏਰੀਆ ਦੇ ਵਿੱਚ ਜੇ ਕੋਈ ਕੰਸਟਰਕਸ਼ਨ ਉਹਨਾਂ ਨੇ ਕੀਤੀ ਹੈ ਅਗੇਂਸਟ ਬਾਈਲਾਜ਼ ਤਾਂ ਉਹ ਚੈੱਕ ਕਰਕੇ ਉਹਦੇ ਅਗੇਂਸਟ ਬਿਲਕੁਲ ਸਟ੍ਰਿਕਟਲੀ ਕਾਰਵਾਈ ਹੋਏਗੀ। ਨਹੀਂ, ਅਗਰ ਤੁਹਾਨੂੰ ਪਤਾ ਲੱਗਦਾ ਵੀ ਉਹਨੇ ਕੀਤੀ ਹੈ ਤਾਂ ਫਿਰ ਤੁਹਾਡਾ ਅਗਲੀ ਕਾਰਵਾਈ ਕੀ ਹੋਏਗੀ ਬਿਲਡਰ ਦੇ ਖਿਲਾਫ? ਉਹਦੇ ਬਿਲਡਰ ਦੇ ਖਿਲਾਫ ਕਾਰਵਾਈ ਜੋ ਕਾਨੂੰਨੀ ਤੌਰ ਤੇ ਬਣੇਗੀ ਉਹ ਸਾਰੀ ਕੀਤੀ ਜਾਊਗੀ। ਉਹਨੂੰ ਬਿਲਡਿੰਗ ਨੂੰ ਢਾਹਿਆ ਜਾਏਗਾ ਕੀ ਕੀਤਾ ਜਾਏਗਾ? ਦੇਖਣਾ ਪਊਗਾ, ਉਹਦਾ ਕੋਈ ਰਿਵਾਈਜ਼ਡ ਪਲਾਨ ਤਾਂ ਨਹੀਂ ਆਇਆ ਹੈਗਾ, ਉਹ ਇੱਕ ਵਾਰੀ ਚੈੱਕ ਕਰ ਲਈਏ ਪਹਿਲਾਂ ਅਸੀਂ। ਕਿ ਮੇਰੇ ਨੋਟਿਸ 'ਚ ਵੈਸੇ ਹੈ ਨਹੀਂ ਹੈ ਪਰ ਫਿਰ ਵੀ ਇੱਕ ਵਾਰੀ ਆਪਾਂ ਉਹਨੂੰ ਚੈੱਕ ਕਰ ਲਈਏ। ਈਓ ਸਾਹਿਬ ਦੇ ਨਾਲ ਹੋਈ ਗੱਲਬਾਤ ਤੁਸੀਂ ਸੁਣੀ ਹੈ ਔਰ ਇਹਨਾਂ ਨੇ ਕਿਹਾ ਕਿ ਜੋ ਆਫਿਸ ਉੱਥੇ ਬਣ ਰਿਹਾ ਔਰ ਬਿਲਕੁਲ ਗਲਤ ਹੈ ਔਰ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਇਹਨਾਂ ਨੂੰ ਬਹੁਤ ਜਲਦੀ ਜਿਹੜੀ ਡੈਮੋਲੇਸ਼ਨ ਹੈ ਉਹ ਕਰ ਦਿੱਤੀ ਜਾਵੇਗੀ। ਪਰ ਹੁਣ ਵੇਖਣ ਵਾਲੀ ਗੱਲ ਹੋਵੇਗੀ ਦੋਸਤੋ ਕਿ ਈਓ ਸਾਹਿਬ ਆਪਣੇ ਬਿਆਨ ਤੇ ਅੜੇ ਰਹਿੰਦੇ ਨੇ ਜਾਂ ਫਿਰ ਕਿਤੇ ਨਾ ਕਿਤੇ ਈਓ ਸਾਹਿਬ ਦੀ ਵੀ ਇਹਨਾਂ ਦੇ ਨਾਲ ਜੋ ਮਿਲੀ ਭੁਗਤ ਹੈ ਉਹ ਵੀ ਕਿਤੇ ਬਰਕਰਾਰ ਨਾ ਹੋਵੇ। ਇਸ ਤੋਂ ਬਾਅਦ A1 ਪੰਜਾਬੀ ਚੈਨਲ ਨੇ ਰੁਖ ਕੀਤਾ ਹਰਜਿੰਦਰ ਸਿੰਘ ਰੰਗੀ ਜੀ ਵੱਲ, ਜੋ ਕਿ ਹਾਈਲੈਂਡ ਪਾਰਕ ਸੁਸਾਇਟੀ ਦੇ ਓਨਰ ਨੇ। ਉਹਨਾਂ ਨੂੰ ਇਸ ਵਿਸ਼ੇ ਤੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੀ ਪਹਿਲਾਂ ਗੱਲਬਾਤ ਸੁਣਾਵਾਂਗਾ ਕਿ ਉਹਨਾਂ ਨੇ ਆਪਣੀ ਜ਼ੁਬਾਨ ਦੇ ਵਿੱਚੋਂ ਕੀ ਬਿਆਨ ਸਾਂਝਾ ਕੀਤਾ ਹੈ A1 ਪੰਜਾਬੀ ਚੈਨਲ ਨਾਲ। ਸੁਣੋ ਤੁਸੀਂ ਵੀ। ਮੈਂ ਹਰਜਿੰਦਰ ਸਿੰਘ ਰੰਗੀ ਜੀ, ਕਿਸ ਸੁਸਾਇਟੀ ਦੇ ਓਨਰ ਹੋ ਤੁਸੀਂ? ਕੀ ਨਾਮ ਹੈ ਸੁਸਾਇਟੀ ਦਾ ਜੀ? ਹਾਈਲੈਂਡ ਪਾਰਕ ਹੋਮਸ ਜੀ। ਕੁਝ ਲੋਕਾਂ ਨੇ ਇਲਜ਼ਾਮ ਲਾਏ ਨੇ ਵੀ ਜਿਹੜਾ ਰਸਤਾ ਸੀਗਾ ਉੱਥੇ ਛੱਡਿਆ ਹੋਇਆ ਤੁਸੀਂ, ਜਿਹੜਾ ਤੁਹਾਡੇ ਮਾਸਟਰ ਪਲਾਨ ਦੇ ਵਿੱਚ ਵੀ ਉਹਦੇ ਤੇ ਵੀ ਕਬਜ਼ਾ ਕੀਤਾ ਜਾ ਰਿਹਾ ਹੈ, ਵੀ ਉੱਥੇ ਆਫਿਸ ਬਣਾਇਆ ਜਾ ਰਿਹਾ ਹੈ। ਇਹਦੇ ਬਾਰੇ ਲੋਕ ਬੜੇ ਪਰੇਸ਼ਾਨ ਹੋ ਕੇ ਅਫਸਰਾਂ ਕੋਲ ਵੀ ਗਏ, ਨਿਊਜ਼ ਵੀ ਲੱਗੀਆਂ ਹੋਰ ਵੱਖ-ਵੱਖ ਅਖਬਾਰਾਂ 'ਚ। ਕੀ ਹੈ ਮਸਲਾ? ਕੀ ਹੈ ਮਸਲਾ? ਕੋਈ ਨਹੀਂ ਹੈ ਜੀ, ਬਹੁਤ ਗਿਣਤੀ ਸਾਰੇ ਰੈਜ਼ੀਡੈਂਟਸ ਨੂੰ ਪਤਾ ਹੈ ਕਿ ਇਹ ਇੱਕ ਟੈਂਪਰੇਰੀ ਸੇਲ ਆਫਿਸ ਬਣ ਜਾ ਰਿਹਾ ਹੈ, ਕਿਉਂਕਿ ਅੰਦਰ ਤੋਂ ਡਿਲੀਵਰੀ ਕਰਦੇ ਹੋਏ ਅਸੀਂ ਬਾਹਰ ਨਿਕਲ ਰਹੇ ਹਾਂ। ਅੰਦਰ ਜਿਹੜਾ ਕਲੱਬ ਹਾਊਸ ਦੀ ਜਗ੍ਹਾ ਹੈ ਉੱਥੇ ਸਾਡਾ ਸੇਲ ਆਫਿਸ ਸੀਗਾ, ਤੇ ਸਾਰੇ ਰੈਜ਼ੀਡੈਂਟ ਨੂੰ ਪਤਾ ਵੀ ਇੱਕ ਟੈਂਪਰੇਰੀ ਸਟਰਕਚਰ ਬਣ ਰਿਹਾ ਹੈ। ਔਰ ਜਿਸ ਤਰ੍ਹਾਂ ਹੀ ਸੇਲ ਆਊਟ ਹੁੰਦਾ ਅਸੀਂ ਇਹਨੂੰ ਵਾਪਸ ਕਰਦਾ ਕਿ ਇਹ ਮਾਸਟਰ ਪਲਾਨ ਦੀ ਰੋਡ ਹੈ ਤੇ ਹਮੇਸ਼ਾ ਮਾਸਟਰ ਪਲਾਨ ਦੀ ਰੋਡ ਹੀ ਰਹੇਗੀ। ਸੁਸਾਇਟੀ 'ਚ ਜਿਹੜੇ ਨਿਵਾਸੀ ਨੇ ਉਹਨਾਂ ਵੱਲੋਂ ਇਹ ਤੁਹਾਨੂੰ ਸੈਂਕਸ਼ਨ ਆਰਡਰ ਦਿੱਤਾ ਲਿਖਤੀ ਵੀ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ? ਦੇਖੋ, ਸੁਸਾਇਟੀ 'ਚ ਤਕਰੀਬਨ 1000 ਬੰਦਾ ਰਹਿੰਦਾ ਹੈ ਜੀ, ਔਰ ਬੜੇ ਅੱਛੇ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਸੁਸਾਇਟੀ ਡਿਵੈਲਪ ਹੋਈ ਹੈ। ਵਨ ਆਫ ਦਾ ਬੈਸਟ ਕਲੀਨੈਸਟ ਐਂਡ ਗ੍ਰੀਨੈਸਟ ਸੁਸਾਇਟੀ ਡਿਵੈਲਪ ਹੋਈ ਹੈ। ਆਮ ਲੋਕ ਆ ਕੇ ਤਾਰੀਫ ਕਰਦੇ ਨੇ ਸੁਸਾਇਟੀ ਦੀ ਬਹੁਤ ਜ਼ਿਆਦਾ। ਤੇ ਇਹ ਕੁਝ ਚੁਰਿੰਦਾ, ਕੁਝ ਬਲੈਕਮੇਲਰ, ਕੁਝ ਇਸ ਤਰ੍ਹਾਂ ਦੇ 2-4 ਪਰਸਨਸ ਹੈਗੇ ਹੈ ਜਿਨ੍ਹਾਂ ਦਾ ਧੰਦਾ ਹੀ ਇਹ ਹੈ ਵੀ ਔਰ ਬਿਲਡਰ ਤੇ ਬਲੈਕਮੇਲ ਕਰਕੇ ਐਕਸਟ੍ਰੈਕਟ ਕਰਨ ਦੀ ਇਹਨਾਂ ਦੀ ਰਹਿੰਦੀ ਹੈ। ਉਹ ਬੰਦੇ ਨੇ ਥੋੜ੍ਹਾ ਜਿਹਾ ਜ਼ਰੂਰ ਆਪਣੀ ਲੋਕਲ ਇੱਕ RW ਦੀ ਲੀਡਰਸ਼ਿਪ ਬਣਾਉਣ ਵਾਸਤੇ ਜੀ ਆਪਣੇ ਆਪ 'ਚ ਇਹਨਾਂ ਦੀ ਆਪਸ ਦੀ ਲੜਾਈ ਦੇ ਵਿੱਚ ਇਹਨਾਂ ਨੇ ਇੱਕ ਬਣਾ ਕੇ ਰੱਖਦੇ ਆ ਸਿਸਟਮ। ਤੇ ਸਾਡੇ ਵੱਲੋਂ ਤਾਂ ਬੈਸਟ ਡਿਲੀਵਰੀ ਦਿੱਤੀ ਜਾ ਰਹੀ ਹੈ। ਨਹੀਂ, ਨਗਰ ਕੌਂਸਲ ਦੀ ਇਹੋ ਸਭ ਨਾਲ ਗੱਲ ਹੋਈ ਹੈ ਵੀ ਟੈਂਪਰੇਰੀ ਵੀ ਤੁਸੀਂ ਬਣਾ ਨਹੀਂ ਸਕਦੇ ਜੀ। ਦੇਖੋ, ਇਹ ਮੇਰੀ ਲੈਂਡ ਜਿਹੜੀ ਹੈਗੀ ਮਾਲਕੀ ਮੇਰੀ ਲੈਂਡ ਦੀ ਹੈਗੀ ਆ, ਪਰ ਮਾਸਟਰ ਪਲਾਨ ਰੋਡ ਹੈਗੀ ਆ ਤੇ ਅਸੀਂ ਬਕਾਇਦਾ ਬੋਰਡ ਵੀ ਲਾਇਆ ਹੋਇਆ ਵੀ ਇਹ ਮਾਸਟਰ ਪਲਾਨ ਰੋਡ ਹੈਗੀ ਆ ਜੀ। ਤੇ ਟੈਂਪਰੇਰੀ ਤਾਂ ਲੱਗਦਾ ਨਹੀਂ, ਜੋ ਤਾਂ ਕੰਕਰੀਟ ਦੇ ਵਿੱਚ ਨਹੀਂ ਜੀ, ਬਕਾਇਦਾ ਟੀਨ ਦੇ ਸ਼ੈੱਡ ਪੈ ਕੇ ਟੈਂਪਰੇਰੀ ਸੇਲ ਆਫਿਸ ਤਕਰੀਬਨ ਸਾਲ 6 ਮਹੀਨੇ ਲਈ ਯੂਜ਼ ਕੀਤਾ ਜਾ ਰਿਹਾ। ਬਾਕੀ ਰਿਮੇਨਿੰਗ ਬਾਕੀ ਕੋਈ ਕੰਕਰੀਟ ਨੂੰ ਕਿਵੇਂ ਤੋੜੋਗੇ ਬਾਅਦ 'ਚ?
ਇਹ ਕੋਈ ਜਾਂ ਤਾਂ ਤੁਸੀਂ ਜਿਵੇਂ ਅੱਗੇ ਅੱਜ ਕੱਲ੍ਹ ਆਉਂਦੇ ਆ ਟੈਂਪਰੇਰੀ ਆਫਿਸ ਹੈ ਉਹ ਲੱਗ ਸਕਦੇ ਸੀ, ਜਿਵੇਂ ਟੋਲ ਪਲਾਜ਼ਾ ਤੁਸੀਂ ਦੇਖੇ, ਇਹ ਤਾਂ ਕੰਕਰੀਟ ਦੇ ਵਿੱਚ ਪਿੱਲਰ ਭਰ ਕੇ ਪੱਕੇ ਕੀਤੇ ਜਾ ਰਹੇ ਨੇ। ਇਦਾਂ ਦੀ ਕੋਈ ਗੱਲ ਨਹੀਂ, ਜਦੋਂ ਮੈਂ ਤੁਹਾਨੂੰ ਬਿਆਨ ਦੇ ਰਿਹਾ ਹੈਗਾ ਵੀ ਇਹ ਟੈਂਪਰੇਰੀ ਹੈਗਾ, ਔਨ ਰਿਕਾਰਡ ਗੱਲ ਹੈਗੀ ਹੈ ਵੀ ਇਹ ਟੈਂਪਰੇਰੀ ਸਟਰਕਚਰ ਹੈ, ਸਿਰਫ ਸੇਲ ਲਈ ਕੁਝ ਚਿਰ ਲਈ ਯੂਜ਼ ਕੀਤਾ ਜਾਵੇਗਾ। ਤੇ ਇੱਕ ਉੱਥੇ ਰੈਜ਼ੀਡੈਂਸ ਜਿੰਨੇ ਵੀ ਹੈਗੇ ਉਹਨਾਂ ਨੇ ਕਿਹਾ ਵੀ ਗ੍ਰੀਨ ਬੈਲਟ ਐਕਟ ਜਿਹੜੀ ਨਵੀਂ ਤੁਸੀਂ ਸੁਸਾਇਟੀ ਬਣਾ ਰਹੇ ਹੋ, ਗ੍ਰੀਨ ਬੈਲਟ ਸੀ ਜਿਹਦੇ ਵਿੱਚ ਥੱਲੇ ਬੇਸਮੈਂਟ 'ਚ ਪਹਿਲਾਂ ਪਾਰਕਿੰਗ ਸੀ, ਉੱਤੇ ਪਾਰਕ ਸੀ, ਉਹਨੂੰ ਵੀ ਤੁਸੀਂ ਫਲੈਟ ਬਣਾਤੇ ਉੱਥੇ ਜੀ, ਇਦਾਂ ਦੀ ਵੀ ਗੱਲ ਸਾਹਮਣੇ ਆਈ ਹੈ। ਉਹੀ ਬਲੈਕਮੇਲਰ ਬੰਦੇ ਬਗੈਰ ਤੱਥ ਤੋਂ ਗੱਲ ਕਰ ਰਹੇ ਨੇ। ਪਰ ਉਸ ਤੋਂ ਪਹਿਲਾਂ ਉੱਥੇ ਮਤਲਬ ਜਿਹੜੀ ਪਾਰਕਿੰਗ ਔਰ ਗ੍ਰੀਨ ਬੈਲਟ ਹੈ ਨਹੀਂ ਸੀ ਪਾਰਕ। ਬਿਲਕੁਲ ਜੀ, ਮੈਂ ਤੁਹਾਨੂੰ ਦੱਸ ਰਿਹਾ ਵੀ ਜੋ ਰੈਕਸਾ ਨੈਰਾ 'ਚ ਅਪਰੂਵਡ ਹੈ, ਜਦੋਂ ਇਹਨਾਂ ਨੇ ਫਲੈਟ ਲਿੱਤਾ ਉਹ ਚੈੱਕ ਕਰ ਲੈਣ ਵੀ ਰੈਰਾ 'ਚ ਕਿਆ ਰਜਿਸਟਰਡ ਹੈਗਾ, ਜੋ ਨਕਸ਼ਾ ਰੈਰਾ 'ਚ ਅਪਲੋਡ ਹੈ ਉਹਦੇ ਮੁਤਾਬਕ ਅਸੀਂ ਟਾਊਨਸ਼ਿਪ ਡਿਵੈਲਪ ਕੀਤੀ ਹੈ। ਕਈ ਵਾਰ ਰੈਰਾ ਦਾ ਨਕਸ਼ਾ ਲੋਕ ਨਹੀਂ ਚੈੱਕ ਕਰਦੇ ਜੀ, ਉਹ ਜੋ ਫਿਜ਼ੀਕਲੀ ਚੈੱਕ ਕਰਦੇ ਨੇ। ਫਿਜ਼ੀਕਲੀ ਜਦੋਂ ਇਹ ਲੋਕਾਂ ਨੇ ਪਲਾਟ ਲਏ ਨੇ ਫਲੈਟ, ਉਦੋਂ ਉੱਥੇ ਤੁਹਾਡੀ ਗ੍ਰੀਨ ਬੈਲਟ ਸੀ ਤੇ ਥੱਲੇ ਪਾਰਕਿੰਗ ਸੀ। ਬਿਲਕੁਲ ਨਹੀਂ ਜੀ, ਬਿਲਕੁਲ ਗੱਲ ਟੋਟਲ ਜੋ ਨਕਸ਼ਾ ਹੈ ਜੋ ਸਾਨੂੰ ਗਵਰਨਮੈਂਟ ਨੇ ਸਟੈਂਪ ਲਾ ਕੇ ਦਿੱਤਾ ਹੈਗਾ, ਜੋ ਅਪਰੂਵਡ ਹੋਇਆ ਹੈਗਾ। ਦੇਖੋ ਰਾਰਾ ਵੀ ਇਹੀ ਕਹਿੰਦਾ ਵੀ ਕੋਈ ਤੁਸੀਂ ਆਪਣੀ ਭਲੀ ਭਾਂਤੀ ਜਾਗਰੂਕ ਹੋ ਜਾਓ, ਕਲਾਇੰਟ ਨੂੰ ਵੀ ਕਿਹਾ ਹੈ, ਬਿਲਡਰ ਨੂੰ ਵੀ ਕਿਹਾ ਹੈਗਾ। ਤੇ ਰਾਰਾ ਨੇ ਜੋ ਸਾਨੂੰ ਜੋ ਡਾਇਰੈਕਸ਼ਨ ਦਿੱਤੀ ਉਹਦੇ ਮੁਤਾਬਕ ਅਸੀਂ ਕੰਮ ਕਰ ਰਹੇ ਹੈਗੇ। ਜੋ ਅਥਾਰਟੀਜ਼ ਤੋਂ ਪਰਮਿਸ਼ਨ ਆਈ ਹੈ, ਜੋ ਨਕਸ਼ਾ ਸਾਡਾ ਅਪਰੂਵ ਹੋਇਆ, ਉਹਦੇ ਮੁਤਾਬਕ ਚੀਜ਼ਾਂ ਅਸੀਂ ਬਣਾ ਕੇ ਦਿੱਤੀਆਂ। ਨਗਰ ਕੌਂਸਲ ਨੂੰ ਤੁਸੀਂ ਦੱਸ ਕੇ ਬਣਾ ਰਹੇ ਹੋ ਟੈਂਪਰੇਰੀ ਆਫਿਸ ਜਾਂ ਟੈਂਪਰੇਰੀ ਤਾਂ ਜਸਟ ਕੁਝ 5-6 ਮਹੀਨੇ ਸਾਲ ਲਈ, ਕੋਈ ਅਸੀਂ ਲੰਬਾ ਕੋਈ ਸਾਡਾ ਨਹੀਂ ਚੱਲਣਾ ਇੱਥੇ, ਨਾ ਅਸੀਂ ਕੋਈ ਬਿਜਲੀ ਕਨੈਕਸ਼ਨ ਨਾ ਇਦਾਂ ਕੁਝ ਚੀਜ਼ਾਂ ਲੈਣੀ ਹੈਗੀਆਂ। ਟੈਂਪਰੇਰੀ ਕਨੈਕਸ਼ਨ ਹੋਏਗਾ, ਕੋਈ ਪਰਮਾਨੈਂਟ ਕਨੈਕਸ਼ਨ ਥੋੜ੍ਹਾ ਲੈਣਾ ਇਸ 'ਤੇ ਜੀ। ਤੁਸੀਂ ਰੰਗੀ ਸਾਹਿਬ ਦੇ ਨਾਲ ਹੋਈ ਗੱਲਬਾਤ ਵੀ ਸੁਣੀ ਹੈ, ਔਰ ਜਿਵੇਂ ਕਹਿ ਰਹੇ ਨੇ ਕਿ ਇਹ ਤਾਂ ਇੱਕ ਟੈਂਪਰੇਰੀ ਜਿਹਾ ਬਣਾ ਰਹੇ ਆ ਔਰ ਇਸ ਨੂੰ ਅਸੀਂ ਜਲਦੀ ਮਤਲਬ ਡਿਸਟਰੋਏ ਕਰ ਦੇਵਾਂਗੇ। ਇਹ ਤਾਂ ਮਤਲਬ ਇੱਕ ਗੱਲਾਂ ਨੇ ਗੱਲਾਂ। ਔਰ ਜਦੋਂ ਇੱਕ ਚੀਜ਼ ਬਣ ਜਾਂਦੀ ਹੈ ਜਿਸ ਦੇ ਵਾਸਤੇ ਬਕਾਇਦਾ ਪਿੱਲਰ ਉਸਾਰੇ ਜਾਂਦੇ ਨੇ, ਕੰਕਰੀਟ ਦਾ ਮਟੀਰੀਅਲ ਇਸਤੇਮਾਲ ਕੀਤਾ ਜਾਂਦਾ ਹੈ, ਤਾਂ ਉਹ ਮਹੀਨੇ 2 ਮਹੀਨੇ ਵਾਸਤੇ ਨਹੀਂ ਹੁੰਦਾ, ਉਹ ਤਾਂ ਹਮੇਸ਼ਾ ਲੌਂਗ ਲਾਈਫ ਵਾਸਤੇ ਹੁੰਦਾ ਹੈ। ਇੱਥੇ ਬਸ ਨਹੀਂ ਹੈ ਦੋਸਤੋ, ਰੋਡ ਦੇ ਉੱਪਰ ਤਾਂ ਇਹਨਾਂ ਨੇ ਮਤਲਬ ਆਪਣਾ ਦਫ਼ਤਰ ਬਣਾ ਹੀ ਲਿਆ ਆ। ਵਸਨੀਕਾਂ ਨੇ ਇਹ ਵੀ ਦੱਸਿਆ ਕਿ ਰੋਡ ਦੇ ਉੱਪਰ ਤਾਂ ਇਹਨਾਂ ਨੇ ਜੋ ਮਨਮਰਜ਼ੀ ਕਰਨੀ ਸੀ ਕਰ ਦਿੱਤੀ ਹੈ, ਲੇਕਿਨ ਇਹਨਾਂ ਨੇ ਤਾਂ ਗ੍ਰੀਨ ਬੈਲਟ ਜਿਹੜੀ ਕਿ ਪਾਰਕ ਦੀ ਜਗ੍ਹਾ ਸੀ ਉਸ ਨੂੰ ਵੀ ਇਹਨਾਂ ਲੋਕਾਂ ਨੇ ਨਹੀਂ ਬਖਸ਼ਿਆ। 1.25 ਏਕੜ ਦੇ ਕਰੀਬ ਜਿਹੜੀ ਮਤਲਬ ਗ੍ਰੀਨ ਬੈਲਟ ਸੀਗੀ, ਉਸ ਦੇ ਉੱਪਰ ਇਹਨਾਂ ਲੋਕਾਂ ਨੇ ਟਾਵਰ ਬਣਾ ਕੇ ਯਾਨੀ ਫਲੈਟਸ ਬਣਾ ਕੇ ਉਹ ਵੀ ਵੇਚ ਕੇ ਕਰੋੜਾਂ ਰੁਪਏ ਆਪਣੀਆਂ ਜੇਬਾਂ ਦੇ ਵਿੱਚ ਭਰੇ ਨੇ। ਤੇ ਦੋਸਤੋ ਤੁਸੀਂ ਹੁਣ ਸ਼ਰੇਆਮ ਵੇਖ ਲਿਆ ਪੂਰੇ ਦਾ ਪੂਰਾ ਐਪੀਸੋਡ, ਕਿਸ ਤਰ੍ਹਾਂ ਇਹ ਲੋਕ ਮਤਲਬ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ, ਕਿਵੇਂ ਉਲੰਘਣਾ ਕਰ ਰਹੇ ਨੇ, ਔਰ ਕੁਛ ਇੱਕ ਅਧਿਕਾਰੀਆਂ ਦੀ ਮਿਲੀ ਭੁਗਤ ਹੋਣ ਕਰਕੇ ਕਿੰਨੇ ਲੋਕ ਪਰੇਸ਼ਾਨ ਨੇ, ਇਹ ਤੁਸੀਂ ਪੂਰੇ ਐਪੀਸੋਡ ਵਿੱਚ ਵੇਖਿਆ ਹੈ। ਅਗਲੇ ਐਪੀਸੋਡ ਵਿੱਚ ਇਸ ਵਿਸ਼ੇ ਨੂੰ ਲੈ ਕੇ ਏਵਨ ਪੰਜਾਬੀ ਚੈਨਲ ਪਹੁੰਚ ਕਰੇਗਾ ਹਾਇਰ ਅਥਾਰਟੀ ਦੇ ਨਾਲ, ਉਹਨਾਂ ਨਾਲ ਗੱਲਬਾਤ ਕਰਾਂਗੇ। ਉਦੋਂ ਤੱਕ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया, मैं ये तेल 3 महीने लाना अपने सिर ते अप्लाई किया। ये बिल्कुल आयुर्वैदिक तेल है, इसका कोई साइड इफैक्ट नहीं है। तो मेरे बाल जेडे गंजपन पैना शुरू हो गया सी, वो दोबारा आने लग गए। तो मैनू तो बड़ा फ़ायदा दिता इसने। जे तुहानू भी किसी इस तरह की प्रॉब्लम का तुसीं सामना कर रहे हो तो ये तेल लाना ना भुल्लो। कितना ना कितनी असीं अपने बालां करके शर्म फील करते हैं, कितनी सोसाइटी बैठे कि कोई मजाक ना कर रहा है। पर थैंक्स टू फ्री लीफ जिन्हें मेरा कॉन्फिडेंस बिल्ड किया, जिहदे लगान नाल मैं मार्केट च बड़ा ही कॉन्फिडेंट हाँ और इहदे नाल मैनूं बड़ा फायदा होया। तो मैनूं सर्वाइकल की भी दिक्कत सी, तो उहदे नाल भी मैनूं बड़ा रिलीफ मिलिया। ये यूज़ करो, तो मैं प्रैक्टिकल यूज़ कर रहा।